ਦੂਸਰੇ ਗਰੁੱਪ ਵਿੱਚ ਇੱਕ ਗੁਰਮੁਖ ਪਿਆਰੇ ਨੇ ਲਿਖਿਆ ਹੈ, ਪਤਾ ਨਹੀਂ ਕਿਉਂ ਜਦੋਂ ਤੁਹਾਡੇ ਬਚਨ ਸੁਣਦਾ ਹਾਂ ਤਾਂ ਮਹਿਸੂਸ ਹੁੰਦਾ ਹੈ ਜਿੱਦਾਂ ਸੋਚ ਡਿਪਰੈਸ ਹੋ ਰਹੀ ਹੋਵੇ। ਅਜੀਬ ਜਿਹਾ ਡਰ। ਇਹੋ ਹੀ ਵਾਰ-ਵਾਰ ਕਿਹਾ ਜਾ ਰਿਹਾ ਹੈ। ਧਿਆਨਪੂਰਵਕ ਸੁਣੋਗੇ ਨਾ ਤੇ ਸੋਚ ਬਦਲੇਗੀ। ਜੇ ਪ੍ਰੇਮ ਭਾਵਨਾ ਨਾ ਸੁਣੋਗੇ, ਫਿਰ ਜਿੱਧਰ ਪ੍ਰੇਮ ਹੋਵੇਗਾ, ਭਾਵਨਾ ਹੋਵੇਗੀ, ਉਧਰ ਨੂੰ ਸੋਚ ਜਾਵੇਗੀ। ਜੇ ਬੁੱਧੀ ਦੇ ਤਲ ਤੇ ਤਰਕ ਦੇ ਨਾਲ ਸੁਣਿਆ ਤੇ ਹੋ ਸਕਦਾ ਹੈ ਸੋਚ ਉਹਦੇ ਤੋਂ ਉਲਟ ਵਿਪਰੀਤ ਜਾਵੇ। ਅਗਰ ਤਾਂ ਵਿਪਰੀਤ ਜਾ ਰਹੀ ਹੈ ਸੋਚ, ਸੰਸਾਰ ਵੱਲ ਜਾ ਰਹੀ ਹੈ ਜਾਂ ਹੋਰ ਕਿਸੇ ਪੱਖ ਵੱਲ ਜਾ ਰਹੀ ਹੈ, ਫਿਰ ਡਰਨ ਦੀ ਲੋੜ ਹੈ। ਜੇ ਸੁਭਾਵਿਕ ਹੀ ਸੋਚ ਪਰਮਾਰਥ ਵੱਲ ਨੂੰ ਜਾ ਰਹੀ ਹੈ, ਤੇ ਫਿਰ ਡਰਨ ਦੀ ਲੋੜ ਨਹੀਂ ਹੈ। ਹਾਂ, ਫਿਰ ਵੀ ਡਰ ਤੇ ਲੱਗਦਾ ਹੀ ਹੈ, ਕਿਉਂਕਿ ਬਾਹਰੋਂ ਸੋਚ ਟੁੱਟਦੀ ਹੈ ਸੰਸਾਰ ਵੱਲ। ਪਰਮਾਤਮਾ ਵੱਲ ਨੂੰ ਜਾਣ ਤੋਂ ਵੀ ਆਦਮੀ ਡਰਦਾ ਹੈ। ਚਾਹੁੰਦਾ ਵੀ ਹੈ ਪਰਮਾਤਮਾ ਵੱਲ ਨੂੰ ਜਾਣਾ, ਪਰ ਡਰ ਵੀ ਹੈ, ਕਿਉਂਕਿ ਸੰਸਾਰ ਛੁੱਟਦਾ ਹੈ। ਸੰਸਾਰ ਦੀ ਵਿਚਾਰਧਾਰਾ ਛੁੱਟਦੀ ਹੈ, ਖਿਆਲ ਛੁੱਟਦਾ ਹੈ ਤੇ ਡਰ ਲੱਗਦਾ ਹੈ ਵੀ ਇਹ ਸਭ ਕੁਝ ਛੁੱਟ ਜਾਵੇਗਾ, ਫਿਰ ਕੀ ਹੋਊ। ਸੁਭਾਵਿਕ ਹੀ ਹੈ। ਜਿਹਦੇ ਨਾਲ ਸ਼ੁਰੂ ਤੋਂ ਜੁੜੇ ਹੋਏ ਉਹ ਛੁੱਟ ਜਾਵੇਗਾ, ਤੇ ਛੁੱਟਣਾ ਤੇ ਹੈ ਹੀ, ਮਰਨ ਵੇਲੇ ਛੁੱਟੇਗਾ। ਤੇ ਜਿਹੜਾ ਮਰਨ ਵੇਲੇ ਛੁੱਟੇਗਾ ਨਾ, ਤੇ ਪ੍ਰਭੂ ਦੇ ਪਿਆਰੇ ਕਹਿੰਦੇ ਹਨ ਵੀ ਉਹਨੂੰ ਤੁਸੀਂ ਪਹਿਲਾਂ ਹੀ ਛੱਡ ਦਿਓ ਤੇ ਛੱਡਣ ਦਾ ਵੀ ਮਜ਼ਾ ਲੈ ਲਓ। ਉਦੋਂ ਤੇ ਛੁੱਟੇਗਾ, ਜ਼ਬਰਦਸਤੀ ਛਡਾਇਆ ਜਾਵੇਗਾ। ਸੰਸਾਰ ਮੌਤ ਛਡਾਉਂਦੀ ਹੈ, ਆਦਮੀ ਛੱਡਣਾ ਨਹੀਂ ਚਾਹੁੰਦਾ, ਇਸੇ ਕਰਕੇ ਤੜਪਦਾ ਹੈ। ਪਰ ਅਗਰ ਤੁਸੀਂ ਖੁਸ਼ੀ ਖੁਸ਼ੀ ਇਹਨੂੰ ਛੱਡੋ ਤੇ ਫਿਰ ਖੁਸ਼ੀ ਦੁੱਗਣੀ ਹੋ ਜਾਵੇਗੀ। ਤੇ ਜਿਹੜੀ ਚੀਜ਼ ਰਹਿਣੀ ਨਹੀਂ ਵਾਲੀ ਹੈ, ਛੁੱਟਣੀ ਵਾਲੀ ਹੈ, ਛੱਡਣੀ ਹੈ, ਉਹਨੂੰ ਛੱਡਣ ਦੇ ਵਿੱਚ ਡਰਨ ਦੀ ਲੋੜ ਨਹੀਂ ਹੈ। ਜੇ ਹੁਣ ਡਰੋਗੇ ਤੇ ਮੌਤ ਵੇਲੇ ਆਖਰ ਤੇ ਛੱਡਣਾ ਹੀ ਹੈ ਨਾ ਸਭ ਕੁਝ। ਤੇ ਸੰਸਾਰ ਦੀ ਅਗਰ ਸੋਚ ਵਿਚਾਰ ਛੁੱਟ ਰਹੀ ਹੈ, ਖਿਆਲਾਤ ਛੁੱਟ ਰਹੇ ਹਨ, ਸੋਚ ਬਦਲ ਰਹੀ ਹੈ, ਪਰਮਾਰਥ ਵੱਲ ਨੂੰ ਜਾ ਰਹੀ ਹੈ, ਤੇ ਫਿਰ ਤੇ ਬਿਲਕੁਲ ਡਰਨ ਦੀ ਲੋੜ ਨਹੀਂ ਹੈ। ਸੁਭਾਵਿਕ ਹੀ ਹੈ। ਪਰਮਾਤਮਾ ਬੁਲਾ ਰਿਹਾ ਹੈ ਤੁਹਾਨੂੰ। ਸੁਣੋ ਪਰਮਾਤਮਾ ਦੀ ਪੁਕਾਰ। ਉਹ ਸ਼ਬਦਾਂ ਦੁਆਰਾ ਬੁਲਾਉਂਦਾ ਹੈ।
ਉਹ ਉਪਦੇਸ਼ ਦੁਆਰਾ ਬੁਲਾਉਂਦਾ ਹੈ। ਤੇ ਸ਼ਬਦ ਸੁਣ ਕੇ ਹੀ ਆਦਮੀ ਜਿੱਧਰੋਂ ਸ਼ਬਦ ਆਇਆ ਹੈ ਨਾ ਉੱਧਰੋਂ ਤੁਰ ਪੈਂਦਾ ਹੈ। ਕਹਿੰਦੇ ਨੇ ਸ਼ਬਦ ਸੁਣਤ ਮੇਰਾ ਮਨ ਤਨ ਹਰਿਆ। ਸ਼ਬਦ ਪੁਕਾਰ, ਜਿਵੇਂ ਕਹਿ ਲਈਏ ਵੀ ਦੂਰ ਕੋਈ ਪ੍ਰੇਮੀ ਪੁਕਾਰ ਰਿਹਾ ਹੋਵੇ ਤੇ ਤੁਸੀਂ ਦੇਖਿਆ ਨਹੀਂ, ਉਹਨੂੰ ਦੇਖ ਨਹੀਂ ਰਹੇ ਹੋ, ਪਰ ਪੁਕਾਰ ਦੇ ਵਿੱਚ ਬਹੁਤ ਤੜਪ ਹੈ, ਹੂਕ ਹੈ, ਤੇ ਤੁਸੀਂ ਉੱਧਰ ਨੂੰ ਤੁਰ ਪਾਓਗੇ। ਸੁਭਾਵਿਕ ਹੀ ਹੈ ਨਾ। ਇਵੇਂ ਹੋ ਰਿਹਾ ਹੈ ਜਿਵੇਂ ਇਸ ਰਿਕਾਰਡਿੰਗ ਦੇ ਵਿੱਚ ਕਿਹਾ ਹੈ ਨਾ ਵੀ ਮੈਂ ਬਹੁਤ ਕੱਟੜ ਸੀ ਪਹਿਲਾਂ, ਧਾਰਮਿਕ, ਤੇ ਦੂਸਰਿਆਂ ਨੂੰ ਅਧਾਰਮਿਕ ਸਮਝਦੀ ਸੀ। ਜ਼ਿਆਦਾਤਰ ਲੋਕ ਜਿਹੜੇ ਬਾਹਰੋਂ ਧਾਰਮਿਕ ਹਨ ਤੋ ਬਾਹਰੋਂ ਹੀ ਦੇਖਦੇ ਹਨ ਆਪਣੇ ਆਪ ਨੂੰ ਧਾਰਮਿਕ, ਵੀ ਮੈਂ ਨਿਤਨੇਮੀ ਹਾਂ, ਧਾਰਮਿਕ ਹਾਂ, ਧਾਰਮਿਕ ਸਥਾਨ 'ਤੇ ਜਾਂਦਾ, ਧਾਰਮਿਕ ਕਰਮ ਕਰਦਾ, ਤੇ ਦੂਸਰੇ ਨੂੰ ਅਧਾਰਮਿਕ ਸਮਝਦੇ ਹਨ। ਇਹ ਬਾਹਰਲਾ ਧਰਮ ਹੈ। ਤੇ ਸੁਣ ਸੁਣ ਕੇ ਹੀ ਇਹਨਾਂ ਦੀ ਬਿਰਤੀ ਬਦਲੀ ਤੇ ਬਾਹਰੋਂ ਅੰਦਰ ਦੀ ਯਾਤਰਾ ਹੋਈ। ਤੇ ਅੰਦਰੋਂ ਜਦੋਂ ਕੋਈ ਦੇਖਦਾ ਹੈ ਨਾ ਆਪਣੇ ਆਪ ਨੂੰ, ਫਿਰ ਵਾਸਤਵਿਕ ਦਾ ਪਤਾ ਲੱਗਦਾ ਹੈ। ਫਿਰ ਪਤਾ ਲੱਗਦਾ ਹੈ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਇ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਇ। ਉਹ ਵਾਸਤਵਿਕ ਵਿੱਚ ਮਿੱਤਰ ਹੈ ਜਿਨ੍ਹੇ ਅੰਦਰੋਂ ਜਾਣ ਲਿਆ ਆਪਣੇ ਆਪ ਨੂੰ। ਤੇ ਜਿਹੜਾ ਬਾਹਰੋਂ ਜਾਣਦਾ ਹੈ ਧਰਮ ਨੂੰ, ਉਹ ਤੇ ਹੰਕਾਰੀ ਬਣਿਆ ਹੀ ਰਹੇਗਾ। ਤੇ ਜਿਹੜਾ ਅੰਦਰੋਂ ਜਾਣ ਲੈਂਦਾ ਹੈ ਆਪਣੇ ਆਪ ਨੂੰ, ਉਹ ਫਿਰ ਜਾਣਦਾ ਹੈ ਵੀ ਮੈਂ ਕਿੰਨਾ ਅਹੰਕਾਰੀ। ਇਹਨੇ ਇਹੋ ਹੀ ਕਿਹਾ ਹੈ ਨਾ, ਮੈਨੂੰ ਹਉਂ ਦਾ ਪਤਾ ਲੱਗਾ। ਹਉਂ ਦਾ ਪਤਾ ਕਿਵੇਂ ਲੱਗਾ? ਰੋਜ਼ ਸੁਣ ਸੁਣ ਕੇ। ਖਿਆਲ ਵਿੱਚ ਰੱਖਿਓ, ਜਿਹੜੀ ਗੱਲ ਆਪਾਂ ਰੋਜ਼ ਸੁਣਦੇ ਰਹੀਏ ਨਾ, ਉਹਦਾ ਗਹਿਰਾ ਅਸਰ ਹੁੰਦਾ ਹੈ। ਨਿਤਨੇਮ ਦਾ ਵੀ ਭਾਵ ਇਹੋ ਹੀ ਹੈ ਵੀ ਰੋਜ਼ ਰੋਜ਼ ਤੁਸੀਂ ਇੱਕ ਸ਼ਬਦ ਨੂੰ ਦੁਹਰਾਓ, ਪੜ੍ਹੋ, ਸਮਝੋ, ਤਾਂ ਉਹਦਾ ਗਹਿਰੇ 'ਤੇ ਅਸਰ ਹੋ ਜਾਂਦਾ ਹੈ। ਪਰ ਸਿੱਖਾਂ 'ਤੇ ਹੋ ਨਹੀਂ ਰਿਹਾ ਹੈ, ਕਿਸੇ 'ਤੇ ਵੀ ਨਹੀਂ ਹੋ ਰਿਹਾ ਹੈ, ਕਿਉਂਕਿ ਉਹ ਬਾਣੀ ਪੁਰਾਣੀ ਹੈ ਤਾਂ ਉਹਨੂੰ ਕੋਈ ਸਮਝ ਨਹੀਂ ਰਿਹਾ। ਤੇ ਜਿਹੜੀ ਬਾਣੀ ਨਵੀਂ ਹੋਵੇ, ਹੁਣੇ ਹੁਣੇ ਪੈਦਾ ਹੋਈ ਹੋਵੇ, ਹੁਣੇ ਤਾਜ਼ੀ ਆ ਰਹੀ ਹੈ, ਉਹਦਾ ਅਸਰ ਹੁੰਦਾ ਹੈ। ਉਹ ਪੌਸ਼ਟਿਕ ਹੁੰਦੀ ਹੈ ਜ਼ਿਆਦਾ, ਜਿਵੇਂ ਤਾਜ਼ਾ ਖਾਣਾ ਬਣਿਆ ਹੋ। ਤੁਹਾਨੂੰ ਖਾਂਦੇ ਵੀ ਲੋਕ ਬੜੇ ਪਿਆਰ ਨਾਲ ਹਨ, ਤਾਂ ਪੌਸ਼ਟਿਕ ਵੀ ਬਹੁਤ ਹੈ। ਇੱਦਾਂ ਹੀ ਅਸਰ ਹੁੰਦਾ ਹੈ। ਤੇ ਰੋਜ਼ ਹਉਮੈ ਦੀ ਗੱਲ ਹੋ ਰਹੀ ਸੀ ਵੀ ਹਉਮੈ ਨੂੰ ਸਮਝੋ, ਹਉਮੈ ਨੂੰ ਬੂਝੋ, ਹਉਮੈ ਬੂਝੇ ਤਾਂ ਦਰ ਸੂਝੇ। ਤੇ ਹੌਲੀ ਹੌਲੀ ਖਿਆਲ ਆਇਆ ਹੋਵੇਗਾ ਵੀ ਮੇਰੇ ਵਿੱਚ ਵੀ ਤਾਂ ਹਉਂ ਹੈ ਹੀ, ਤਾਂ ਹੀ ਆਇਆ ਖਿਆਲ ਨਾ। ਹੁਣ ਇਹ ਬਾਹਰੋਂ ਧਾਰਮਿਕ ਬਣੇ ਰਹਿੰਦੇ, ਜਪ ਤਪ ਕਰੀ ਜਾਂਦੇ, ਇਹਨਾਂ ਨੂੰ ਅੰਦਰ ਦਾ ਥੋੜ੍ਹੀ ਪਤਾ ਲੱਗਣਾ ਸੀ ਵੀ ਅੰਦਰ ਹੈ ਹਉਂ। ਬਿਮਾਰੀ ਅੰਦਰ ਹੈ, ਅੰਦਰੋਂ ਬਿਮਾਰੀ ਕੱਢਣੀ ਹੈ। ਬਾਹਰੋਂ ਧਾਰਮਿਕ ਹੋ ਕੇ ਥੋੜ੍ਹੀ ਕੁਛ ਹੋ ਜਾਂਦਾ, ਬਾਹਰੋਂ ਧਾਰਮਿਕ ਹੋ ਕੇ ਤੇ ਹੰਕਾਰੀ ਹੋ ਜਾਂਦਾ, ਤੇ ਉਹੋ ਹੀ ਹੋ ਰਿਹਾ ਸੀ। ਤੇ ਜਦੋਂ ਅੰਦਰੋਂ ਪਤਾ ਲੱਗਾ ਇਹਨਾਂ ਨੂੰ, ਤੇ ਇਹਨੇ ਜਾਣਿਆ
ਵੀ ਮੇਰੇ ਅੰਦਰ ਹਉਂ ਕਿੰਨੀ ਹੈ, ਭਰੀ ਹੋਈ ਹਉਂ ਦੀ। ਮੈਂ ਦੂਸਰਿਆਂ ਨੂੰ ਮਾੜਾ ਕਹਿ ਰਹੀ ਸੀ, ਬੁਰਾ ਭਲਾ ਕਹਿ ਰਹੀ ਸੀ, ਵੀ ਹੁਣ ਆਪਣਾ ਪਤਾ ਲੱਗਾ। ਤੇ ਜਦੋਂ ਆਪਣਾ ਪਤਾ ਲੱਗਾ ਹੈ ਫਿਰ ਰੋਣਾ ਆਉਂਦਾ ਹੈ ਵੀ ਇੰਨੀ ਹੋ। ਫਿਰ ਦੂਸਰੀ ਗੱਲ ਇੱਕ ਹੋਰ ਵੀ ਹੈ ਇਸ ਰਿਕਾਰਡਿੰਗ ਦੇ ਵਿੱਚ, ਜੋ ਬਹੁਤ ਹੀ ਸਮਝਣਯੋਗ ਹੈ, ਵੀ ਜਿਹਨੂੰ ਹਉਂ ਦਾ ਪਤਾ ਲੱਗ ਰਿਹਾ ਹੈ, ਮੇਰੇ ਅੰਦਰ ਹਉਂ ਹੈ। ਹਉਂ ਦਾ ਮਤਲਬ ਮੈਂ, ਖਿਆਲ ਵਿੱਚ ਰੱਖੋ, ਮੈਂ ਕਿੱਡੀ ਵੱਡੀ ਹਾਂ ਇਹ ਪਤਾ ਲੱਗ ਰਿਹਾ ਹੈ। ਉਹ ਹਉਂ ਨੂੰ ਅਲੈਦਾ ਦੇਖ ਰਿਹਾ ਹੈ ਜਾਂ ਦੇਖ ਰਹੀ ਹੈ। ਅਲੈਦਾ ਤੇ ਹੋ ਹੀ ਗਈ ਨਾ ਹਉਂ ਨਾਲੋਂ, ਮੈਂ ਨਾਲੋਂ। ਜਿਵੇਂ ਹੁਣੇ ਹੀ ਫੋਨ ਆਇਆ ਸੀ ਇੱਕ ਮਾਈ ਦਾ, ਕਹਿੰਦੀ ਮੈਨੂੰ ਅਨੁਭਵ ਹੋਇਆ ਸਰੀਰ ਨਾਲੋਂ ਵੱਖ ਹੋਣ ਦਾ। ਵੀ ਮੈਂ ਵੱਖ ਹਾਂ ਤੇ ਕੁਛ ਚਿਰ ਵੱਖ ਹੀ ਰਿਹਾ ਖਿਆਲ। ਰਿਕਾਰਡਿੰਗ ਸੁਣ ਕੇ ਕਿਤੇ ਬੈਠੀ ਸੀ ਤੇ ਸੁਭਾਵਿਕ ਹੀ ਹੋ ਗਿਆ। ਕਹਿੰਦੀ ਪਹਿਲਾਂ ਮੈਂ ਕੋਸ਼ਿਸ਼ ਕਰਦੀ ਸੀ, ਹੁੰਦਾ ਰਹੀ ਸੀ, ਤੇ ਜਦੋਂ ਤੁਸੀਂ ਕਿਹਾ ਵੀ ਕੋਸ਼ਿਸ਼ ਨਹੀਂ ਕਰਨੀ, ਮੈਂ ਸਹਿਜ ਸੁਭਾਅ ਹੀ ਬੈਠ ਗਈ ਤੇ ਹੋ ਗਿਆ ਆਪਣੇ ਆਪ ਹੀ। ਇਹੋ ਹੀ ਤੇ ਕਿਹਾ ਜਾ ਰਿਹਾ ਹੈ ਵੀ ਜੋ ਕਿਹਾ ਜਾ ਰਿਹਾ ਹੈ ਆਪਣੇ ਆਪ ਹੀ ਹੋਵੇਗਾ। ਅਗਰ ਤੁਸੀਂ ਵਿੱਚ ਨਾ ਆਵੋ ਤਾਂ ਖਿਆਲ ਵਿੱਚ ਰੱਖੋ, ਜੋ ਕਿਹਾ ਜਾ ਰਿਹਾ ਹੈ ਨਾ, ਇਹਨੂੰ ਸਿੱਧਾ ਦਾ ਸਿੱਧਾ ਹੀ ਤੁਸੀਂ ਸੁਣੋ, ਵਿੱਚ ਆਵੋ ਹੀ ਨਾ, ਕੁਛ ਕਰੋ ਹੀ ਨਾ, ਛੇੜਛਾੜ ਨਾ ਕਰੋ, ਤੇ ਆਪਣੇ ਆਪ ਹੀ ਹੋਣਾ ਸ਼ੁਰੂ ਹੋ ਜਾਵੇਗਾ। ਤੇ ਸਰੀਰ ਨਾਲੋਂ ਵੱਖ ਹਾਂ ਇਹ ਖਿਆਲ, ਐਸਾ ਭਾਵ ਕੁਛ ਚਿਰ ਕਹਿੰਦੀ ਬਣਿਆ ਰਿਹਾ। ਫਿਰ ਜਦੋਂ ਕੋਈ ਆਵਾਜ਼ ਆਈ ਇੱਕਦਮ, ਤੇ ਇਉਂ ਲੱਗਾ ਜਿਵੇਂ ਸਰੀਰ ਡਿੱਗਾ ਹੁੰਦਾ, ਕਿਤੇ ਉੱਪਰ ਉੱਠਿਆ ਤੇ ਥੱਲੇ ਡਿੱਗਾ। ਖਿਆਲ ਐਸਾ ਭਾਵ ਹੋਇਆ, ਸਹਿਜ ਹੋਇਆ, ਸੁਣ ਕੇ ਹੋਇਆ। ਤੇ ਸੁਣ ਕੇ ਆਪਣੇ ਆਪ ਹੀ ਉਸ ਭਾਵ ਦੇ ਵਿੱਚ ਤੁਸੀਂ ਤੁਰੇ ਜਾਓਗੇ ਜਿਸ ਭਾਵ ਦੇ ਵਿੱਚੋਂ ਇਹ ਸ਼ਬਦ ਆ ਰਹੇ ਹਨ, ਕਿਉਂਕਿ ਉਹ ਭਾਵ ਤੁਹਾਡੇ ਅੰਦਰ ਹੀ ਹੈ। ਇਹੋ ਕਿਹਾ ਜਾ ਰਿਹਾ ਵੀ ਅੰਦਰੋਂ ਹੀ ਤੁਸੀਂ ਸੁਣ ਰਹੇ ਹੋ ਤੇ ਅੰਦਰ ਹੀ ਬੋਲਣ ਵਾਲਾ ਹੈ। ਉਹੋ ਹੀ ਬੋਲ ਰਿਹਾ ਹੈ ਤੁਹਾਡੇ ਅੰਦਰ, ਤੁਹਾਡੇ ਪਿੱਛੇ ਉਹ ਪੁਕਾਰ ਰਿਹਾ ਹੈ, ਉਹੋ ਹੀ ਬੁਲਾ ਰਿਹਾ ਹੈ। ਹਾਂ, ਕੋਈ ਪੁਕਾਰ ਘੱਟ ਸੁਣਦਾ ਹੈ, ਕੋਈ ਆਵਾਜ਼ ਘੱਟ ਸੁਣਦਾ ਹੈ, ਕਈ ਤੇ ਬਿਲਕੁਲ ਬਹਿਰੇ ਹਨ, ਉਹ ਸੁਣਦੇ ਹੀ ਨਹੀਂ। ਤੇ ਜਿਹੜੇ ਨਹੀਂ ਸੁਣਦੇ ਹਨ ਉਹ ਬਾਹਰ ਦੀਆਂ ਆਵਾਜ਼ਾਂ ਜਾਂਦੀਆਂ ਸੁਣਦੇ ਹਨ, ਉਹ ਬਾਹਰ ਨੂੰ ਖਿੱਚੇ ਚਲੇ ਜਾਂਦੇ। ਜਿਹੜਾ ਅੰਦਰ ਦੀ ਆਵਾਜ਼ ਸੁਣਦਾ ਹੈ ਉਹ ਅੰਦਰ ਨੂੰ ਖਿੱਚਿਆ ਚਲਿਆ ਜਾਂਦਾ, ਤੇ ਅੰਦਰ ਦੀ ਆਵਾਜ਼ ਸੁਣ ਕੇ ਹੀ ਅੰਦਰ ਦੀ ਯਾਤਰਾ ਹੋਈ ਤੇ ਹਉਂ ਦਾ ਪਤਾ ਲੱਗਾ ਮੇਰੇ ਅੰਦਰ ਹਉਂ ਹੈ। ਹਉਂ ਦਾ ਪਤਾ ਨਹੀਂ ਲੱਗਦਾ ਕਿਸੇ ਨੂੰ, ਖਿਆਲ ਵਿੱਚ ਰੱਖੋ, ਇਹ ਬਹੁਤ ਵੱਡੀ ਘਟਨਾ ਹੈ ਇਸ ਮਾਈ ਨੂੰ ਘਟੀ। ਬਹੁਤ ਕਿਰਪਾ ਹੈ ਮਾਲਕ ਦੀ, ਜਿਹਨੂੰ ਇਹ ਪਤਾ ਲੱਗ ਜਾਵੇ ਵੀ ਮੇਰੇ ਅੰਦਰ ਅਹੰਕਾਰ ਹੈ। ਨਹੀਂ ਤੇ ਨਹੀਂ ਪਤਾ ਲੱਗਦਾ, ਕੌਣ ਮੰਨਦਾ ਹੈ? ਤੁਸੀਂ ਪੁੱਛ ਕੇ ਦੇਖੋ ਕਿਸੇ ਨੂੰ, ਧਾਰਮਿਕ ਆਦਮੀ ਨੂੰ ਵੀ ਤੇਰੇ ਅੰਦਰ ਅਹੰਕਾਰ ਹੈ, ਉਹ ਕਹੂਗਾ ਨਹੀਂ। ਤੇ ਬੜੀ ਵੱਡੀ ਬਖਸ਼ਿਸ਼ ਹੋਈ ਨਾ, ਇਹਨਾਂ ਨੂੰ ਪਤਾ ਲੱਗਾ ਮੇਰੇ ਅੰਦਰ ਹਉਂ ਹੈ, ਹੰਕਾਰ ਹੈ। ਤੇ ਮੈਂ ਦੇਖ ਰਹੀ ਹਾਂ ਆਪਣੇ ਹੰਕਾਰ ਨੂੰ ਕਿੰਨਾ ਪ੍ਰਬਲ ਹੈ। ਤੇ ਜਿਹਨੂੰ ਇਸ ਹੰਕਾਰ ਦਾ ਪਤਾ ਲੱਗ ਗਿਆ ਨਾ, ਮੈਂ ਫੇਰ ਕਹਿ ਦਿੰਦਾ ਹਾਂ, ਉਹ ਦੂਰ ਨਹੀਂ ਹੈ। ਹਉਮੈ ਬੂਝੇ ਤਾਂ ਦਰ ਸੂਝੇ,
ਸਮਝ ਵਿੱਚ ਆ ਗਈ ਬਿਮਾਰੀ ਵੀ ਹਉਂ ਹੀ ਬਿਮਾਰੀ ਹੈ। ਅਤੇ ਹਉਂ ਨੂੰ ਛੱਡਣ ਨੂੰ ਫਿਰ ਚਿਰ ਥੋੜ੍ਹੀ ਲੱਗਦਾ, ਬਿਮਾਰੀ ਨੂੰ ਛੱਡਣ ਨੂੰ ਚਿਰ ਕਿਵੇਂ ਲੱਗੇਗਾ। ਜਿਵੇਂ ਕਿਸੇ ਨੂੰ ਪਤਾ ਲੱਗ ਗਿਆ ਮੇਰੀ ਜੇਬ ਦੇ ਵਿੱਚ ਅਸਲੀ ਨੋਟ ਨਹੀਂ ਹਨ, ਨਕਲੀ ਹਨ, ਤਾਂ ਆਦਮੀ ਚੱਕ ਕੇ ਪਰੇ ਸੁੱਟਦਾ, ਚਿਰ ਥੋੜ੍ਹੀ ਲੱਗਦਾ, ਨਕਲੀ ਹਨ। ਕਿਸੇ ਨੇ ਹੱਥ ਦੇ ਵਿੱਚ ਹੀਰਾ ਫੜਾ ਦਿੱਤਾ ਅਤੇ ਕਿਸੇ ਜੌਹਰੀ ਨੇ ਦੱਸ ਦਿੱਤਾ ਵੀ ਇਹ ਹੀਰਾ ਨਕਲੀ ਹੈ, ਅਤੇ ਸੁੱਟਣ ਲੱਗਿਆਂ ਚਿਰ ਲੱਗਦਾ, ਆਦਮੀ ਸੁੱਟ ਹੀ ਦਿੰਦਾ। ਜੌਹਰੀ ਤੇ ਸ਼ਰਧਾ ਹੋਵੇ ਤੇ ਛੇਤੀ ਸੁੱਟ ਦਿੰਦਾ ਹੈ ਵੀ ਠੀਕ ਹੀ ਹੈ, ਜੌਹਰੀ ਬੜਾ ਪਿਆਰਾ ਹੈ, ਠੀਕ ਦੱਸ ਰਿਹਾ ਹੈ ਵੀ ਇਹ ਵਿਅਰਥ ਹੈ, ਝੂਠ ਹੈ, ਛੱਡੋ ਇਹਨੂੰ, ਸੁੱਟੋ ਪਰੇ, ਅਤੇ ਸੁੱਟਣ ਨੂੰ ਚਿਰ ਲੱਗਦਾ। ਇੱਦਾਂ ਹੀ ਹਉਂ ਦਾ ਪਤਾ ਲੱਗ ਰਿਹਾ ਹੈ, ਹਉਂ ਖਿਆਲ ਵਿੱਚ ਆ ਗਈ ਵੀ ਇਹ ਹਉਂ ਹੈ, ਇਹਦੇ ਤੋਂ ਤੁਸੀਂ ਭਿੰਨ ਹੋ, ਇੰਨਾ ਖਿਆਲ ਕਰ ਲਓ ਬਸ। ਇਹਦੇ ਨਾਲ ਨਾ ਜੁੜੋ, ਮਨ ਦੇ ਨਾਲ ਨਾ ਜੁੜੋ। ਫਿਰ ਮੈਂ ਕਹਿ ਦਿੰਦਾ ਹਾਂ ਵੀ ਇਹ ਬਹੁਤ ਹੀ ਪਿਆਰਾ ਇੱਕ ਅਨੁਭਵ ਹੈ। ਫਿਰ ਜਿਹੜਾ ਬਾਅਦ ਦੇ ਵਿੱਚ ਰੋਣਾ ਆਇਆ ਹੈ ਨਾ, ਉਹ ਇਹੋ ਹੀ ਦਰਸਾ ਰਿਹਾ ਹੈ ਵੀ ਤੁਸੀਂ ਉਹ ਹਉਂ ਤੋਂ ਪਰੇਸ਼ਾਨ ਹੋ, ਤੁਸੀਂ ਛੱਡਣਾ ਚਾਹੁੰਦੇ ਹੋ, ਤਾਂ ਹੀ ਰੋਣਾ ਆਇਆ। ਅਤੇ ਜੇ ਛੱਡਣਾ ਚਾਹੁੰਦੇ ਹੋ, ਪਰੇਸ਼ਾਨ ਹੋ, ਅਤੇ ਕੌਣ ਰੋਕ ਸਕਦਾ ਹੈ? ਕੋਈ ਨਹੀਂ ਰੋਕ ਸਕਦਾ। ਤੁਸੀਂ ਛੱਡ ਸਕਦੇ ਹੋ, ਅਤੇ ਛੁੱਟ ਹੀ ਜਾਵੇਗੀ ਅਗਰ ਪਤਾ ਲੱਗ ਗਿਆ ਨਾ ਵੀ ਮੇਰੇ ਹੱਥ ਦੇ ਵਿੱਚ ਹੀਰਾ ਨਕਲੀ ਹੈ। ਫਿਰ ਅਸਲੀ ਹੀਰਾ ਤਾਂ ਤੁਹਾਨੂੰ ਖਿਆਲ ਆ ਹੀ ਜਾਵੇਗਾ। ਹੀਰਾ ਹੱਥ ਚੜ੍ਹਿਓ ਨਿਰਮੋਲਕ, ਛੁੱਟ ਗਈ ਸੰਸਾਰ, ਝੂਠੀ ਹਉਂ ਝੂਠਾ ਸੰਸਾਰ ਛੁੱਟ ਜਾਵੇਗਾ।